ਸਤਿ ਸ੍ਰੀ ਅਕਾਲ। ਅੱਜ ਆਪਾਂ ਇਤਿਹਾਸ ਦੇ ਇੱਕ ਬਹੁਤ ਹੀ ਰੋਮਾਂਚਕ ਪੰਨੇ ਦੇ ਝਾਤ ਮਾਰਨ ਲੱਗੇ ਹਾਂ। ਇਹ ਕਹਾਣੀ ਹੈ ਮਹਾਰਾਜਾ ਦਲੀਪ ਸਿੰਘ ਦੀ। ਸੋਚੋ, ਇੱਕ 10 ਸਾਲ ਦਾ ਬੱਚਾ ਜਿਸ ਦਾ ਤਾਜ ਖੋਲਿਆ ਗਿਆ ਹੋਵੇ ਤੇ ਉਹ ਆਪਣੀ ਅਸਲ ਪਹਿਚਾਣ ਵਾਪਸ ਲੈਣ ਲਈ ਇੱਕ ਪੂਰੇ ਸਾਮਰਾਜ ਨਾਲ ਮੱਥਾ ਲਾ ਲਵੇ। ਇਹ ਸਿਰਫ ਇੱਕ ਰਾਜੇ ਦੀ ਕਹਾਣੀ ਨਹੀਂ, ਬਲਕਿ ਇੱਕ ਅਧਿਆਤਮਿਕ ਜਾਗਰਤੀ ਦੀ ਹੈਰਾਨ ਕਰਨ ਵਾਲੀ ਦਾਸਤਾਨ ਹੈ। ਆਓ ਬਿਨਾਂ ਕਿਸੇ ਦੇਰੀ ਤੇ ਸ਼ੁਰੂ ਕਰਦੇ ਹਾਂ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਸਵਾਲ ਪੈਦਾ ਹੁੰਦਾ ਹੈ, ਕਿਵੇਂ ਇੱਕ ਛੋਟਾ ਜਿਹਾ ਬੱਚਾ ਜਿਸ ਨੂੰ ਉਸਦੇ ਆਪਣੇ ਸੱਭਿਆਚਾਰ ਤੋਂ ਬਿਲਕੁਲ ਤੋੜ ਦਿੱਤਾ ਗਿਆ ਸੀ, ਪਹਿਲਾਂ ਤਾਂ ਮਹਾਰਾਣੀ ਵਿਕਟੋਰੀਆ ਦਾ ਸਭ ਤੋਂ ਵੱਧ ਚਹੇਤਾ ਬਣ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਂਦਾ ਹੈ ਤੇ ਫਿਰ ਅਚਾਨਕ ਉਸੇ ਬ੍ਰਿਟਿਸ਼ ਸਾਮਰਾਜ ਲਈ ਸਭ ਤੋਂ ਵੱਡਾ ਖਤਰਾ ਬਣ ਜਾਂਦਾ ਹੈ। ਮਤਲਬ ਇਹ ਸਭ ਹੋਇਆ ਕਿਵੇਂ? ਆਪਾਂ ਇਸੇ ਡੂੰਗੀ ਤੇ ਨਿਡਰ ਬਗਾਵਤ ਨੂੰ ਸਮਝਣਾ ਹੈ। ਅਸਲ ਵਿੱਚ ਇਸ ਸਭ ਦੀ ਸ਼ੁਰੂਆਤ 1849 ਵਿੱਚ ਹੁੰਦੀ ਹੈ। ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਦਾ ਨਿਸ਼ਾਨਾ ਸਿਰਫ ਜ਼ਮੀਨ ਨਹੀਂ ਸੀ। ਉਹਨਾਂ ਦਾ ਸਭ ਤੋਂ ਵੱਡਾ ਮਕਸਦ ਸੀ ਨੌਜਵਾਨ ਮਹਾਰਾਜਾ ਦਲੀਪ ਸਿੰਘ ਨੂੰ ਪੂਰੀ ਤਰ੍ਹਾਂ ਬੇਅਸਰ ਕਰਨਾ। ਉਹ ਚਾਹੁੰਦੇ ਸਨ ਕਿ ਭਵਿੱਖ ਵਿੱਚ ਪੰਜਾਬੀਆਂ ਵੱਲੋਂ ਕੋਈ ਵੀ ਬਗਾਵਤ ਨਾ ਹੋਵੇ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ, ਸਗੋਂ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਸੀ, ਇੱਕ ਰਾਜੇ ਨੂੰ ਮਿਟਾਉਣ ਦੀ ਯੋਜਨਾਬੱਧ ਪ੍ਰਕਿਰਿਆ। ਬ੍ਰਿਟਿਸ਼ ਅਧਿਕਾਰੀਆਂ ਨੇ ਇੱਕ ਬੜੀ ਹੀ ਚਾਲਾਕ ਅਤੇ ਬੇਰਹਿਮ ਚਾਰ ਪੜਾਵੀ ਤਰਕੀਬ ਲਾਗੂ ਕੀਤੀ। ਸਭ ਤੋਂ ਪਹਿਲਾਂ ਮਹਾਰਾਜੇ ਨੂੰ ਉਹਨਾਂ ਦੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੱਖ ਕੀਤਾ ਗਿਆ, ਕਿਉਂਕਿ ਮਹਾਰਾਣੀ ਇੱਕ ਬਹੁਤ ਵੱਡੀ ਰਣਨੀਤੀਕਾਰ ਸਨ। ਦੂਜਾ ਕਦਮ, ਮਹਾਰਾਜੇ ਨੂੰ ਪੰਜਾਬ ਤੋਂ ਬਹੁਤ ਦੂਰ ਫਤਿਹਗੜ੍ਹ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ। ਤੀਜਾ, ਸਿਰਫ 14 ਸਾਲ ਦੀ ਕੱਚੀ ਉਮਰੇ ਉਹਨਾਂ ਨੂੰ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਅਤੇ ਅੰਤ ਵਿੱਚ 1854 ਵਿੱਚ ਸਿੱਧਾ ਇੰਗਲੈਂਡ ਲਈ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਹ ਸਭ ਜਾਣਬੁੱਝ ਕੇ ਮਹਾਰਾਜੇ ਦੀਆਂ ਜੜ੍ਹਾਂ ਵੱਢਣ ਲਈ ਕੀਤਾ ਗਿਆ ਸੀ। ਇੰਗਲੈਂਡ ਪਹੁੰਚ ਕੇ ਉਹਨਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਗਈ, ਦ ਬਲੈਕ ਪ੍ਰਿੰਸ। ਡਾਕਟਰ ਜੌਨ ਲੌਗਨ ਦੀ ਸਖਤ ਨਿਗਰਾਨੀ ਹੇਠ ਮਹਾਰਾਜਾ ਕਈ ਸਾਲਾਂ ਤੱਕ ਆਪਣੀ ਮਿੱਟੀ ਤੋਂ ਬਿਲਕੁਲ ਕੱਟੇ ਰਹੇ। ਬਾਹਰੋਂ ਵੇਖਣ ਨੂੰ ਲੱਗਦਾ ਸੀ ਕਿ ਵਾਹ, ਕੀ ਸ਼ਾਨਦਾਰ ਅੰਗਰੇਜ਼ ਅਮੀਰ ਵਾਲੀ ਜ਼ਿੰਦਗੀ ਹੈ, ਪਰ ਸੱਚੀ ਦੱਸਾਂ, ਇਹ ਅਸਲ ਵਿੱਚ ਇੱਕ ਸੋਨੇ ਦਾ ਪਿੰਜਰਾ ਸੀ, ਜਿੱਥੇ ਇੱਕ ਅਸਲੀ ਵਾਰਿਸ ਨੂੰ ਉਸਦੇ ਆਪਣੇ ਇਤਿਹਾਸ ਅਤੇ ਧਰਮ ਤੋਂ ਦੂਰ ਕੈਦ ਕਰਕੇ ਰੱਖਿਆ ਗਿਆ ਸੀ। ਪਰ ਕੀ ਇਹ ਸੋਨੇ ਦਾ ਪਿੰਜਰਾ ਹਮੇਸ਼ਾ ਲਈ ਰਹਿ ਸਕਦਾ ਸੀ? ਬਿਲਕੁਲ ਨਹੀਂ। ਆਖਰਕਾਰ ਇਸ ਸ਼ਾਨਦਾਰ ਜ਼ਿੰਦਗੀ ਦਾ ਭਰਮ ਟੁੱਟਣਾ ਹੀ ਸੀ। ਅਤੀਤ ਨੇ ਜ਼ੋਰਦਾਰ ਦਸਤਕ ਦਿੱਤੀ ਅਤੇ ਭੁੱਲੀਆਂ ਹੋਈਆਂ ਜੜ੍ਹਾਂ ਨੇ ਮੁੜ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਇਹ ਜਾਗਰਤੀ ਰਾਤੋਂ-ਰਾਤ ਨਹੀਂ ਹੋਈ, ਬਲਕਿ ਕੁਝ ਬਹੁਤ ਹੀ ਖਾਸ ਅਤੇ ਜਜ਼ਬਾਤੀ ਘਟਨਾਵਾਂ ਦੀ ਲੜੀ ਸੀ, ਜਿਸ ਨੇ ਮਹਾਰਾਜੇ ਦੇ ਅੰਦਰ ਸੁੱਤੇ ਪਏ ਸ਼ੇਰ ਨੂੰ ਜਗਾਇਆ। ਇਸ ਸਫ਼ਰ ਦਾ ਸਭ ਤੋਂ ਅਹਿਮ ਮੋੜ ਆਉਂਦਾ ਹੈ 1861 ਵਿੱਚ, ਜਦੋਂ ਮਹਾਰਾਜਾ ਕਲਕੱਤਾ ਵਿਖੇ ਆਪਣੀ ਬਜ਼ੁਰਗ ਅਤੇ ਨੇਤਰਹੀਨ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਮਿਲੇ। ਇਸ ਮਿਲਾਪ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਮਾਤਾ ਨੇ ਉਹਨਾਂ ਨੂੰ ਯਾਦ ਦਿਵਾਇਆ ਕਿ ਉਹ ਕੌਣ ਹਨ ਅਤੇ ਉਹਨਾਂ ਦਾ ਸ਼ਾਨਾਮੱਤਾ ਸ਼ਾਹੀ ਵੰਸ਼ ਕੀ ਹੈ। ਫਿਰ 1863 ਵਿੱਚ ਮਾਤਾ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਚੰਗਿਆੜੀ ਅਜਿਹੀ ਅੱਗ ਬਣੀ ਕਿ 1880 ਦੇ ਦਹਾਕੇ ਤੱਕ ਇਹ ਬ੍ਰਿਟਿਸ਼ ਤਾਜ ਦੇ ਖਿਲਾਫ ਇੱਕ ਖੁੱਲ੍ਹੀ ਬਗਾਵਤ ਦਾ ਰੂਪ ਧਾਰਨ ਕਰ ਗਈ। ਜ਼ਰਾ ਇਸ ਗੱਲ ਤੇ ਗੌਰ ਕਰੋ। ਜਦੋਂ ਮਹਾਰਾਜੇ ਨੇ 1849 ਦੀ ਲਾਹੌਰ ਸੰਧੀ ਦੀਆਂ ਫਾਈਲਾਂ ਫਰੋਲੀਆਂ ਤਾਂ ਜੋ ਸੱਚ ਸਾਹਮਣੇ ਆਇਆ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਇੱਕ ਪਾਸੇ ਉਹਨਾਂ ਨੂੰ ਇੱਕ ਮਾਮੂਲੀ ਜੀ ਪੈਨਸ਼ਨ ਦਿੱਤੀ ਜਾ ਰਹੀ ਸੀ ਤੇ ਦੂਜੇ ਪਾਸੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਉਹਨਾਂ ਦਾ ਸਾਰਾ ਕੁਝ ਲੁੱਟ ਲਿਆ ਸੀ। ਵਿਸ਼ਾਲ ਨਿੱਜੀ ਜਾਇਦਾਦਾਂ ਅਤੇ ਇੱਥੋਂ ਤੱਕ ਕਿ ਮਸ਼ਹੂਰ ਕੋਹਿਨੂਰ ਹੀਰਾ ਜੋ ਬਚਪਨ ਵਿੱਚ ਹੀ ਉਹਨਾਂ ਤੋਂ ਖੋਹ ਲਿਆ ਗਿਆ ਸੀ। ਇਸ ਧੋਖੇ ਅਤੇ ਬੇਇਨਸਾਫੀ ਨੇ ਉਹਨਾਂ ਦੇ ਅੰਦਰੋਂ ਈਸਾਈ ਧਰਮ ਨੂੰ ਤਿਆਗਣ ਅਤੇ ਵਾਪਸ ਆਪਣੇ ਦੇਸ਼ ਪਰਤਣ ਦੇ ਇਰਾਦੇ ਨੂੰ ਪੱਥਰ ਵਾਂਗ ਪੱਕਾ ਕਰ ਦਿੱਤਾ। ਹੁਣ ਗੱਲ ਪਹੁੰਚਦੀ ਹੈ 1886 ਦੀ ਸ਼ੁਰੂਆਤ ਤੇ। ਮਹਾਰਾਜੇ ਨੇ ਆਪਣੇ ਪਰਿਵਾਰ ਨੂੰ ਨਾਲ ਲਿਆ ਅਤੇ ਸਮੁੰਦਰੀ ਜਹਾਜ਼ ਵਿਰੋਨਾ ਰਾਹੀਂ ਸਿੱਖ ਅੰਮ੍ਰਿਤ ਛਕਣ ਲਈ ਭਾਰਤ ਵੱਲ ਚਾਲੇ ਪਾ ਦਿੱਤੇ। ਬਸ ਫਿਰ ਕੀ ਸੀ, ਇਸ ਖਬਰ ਨੇ ਪੂਰੇ ਬ੍ਰਿਟਿਸ਼ ਸਾਮਰਾਜ ਵਿੱਚ ਤਰਥੱਲੀ ਮਚਾ ਦਿੱਤੀ। ਅੰਗਰੇਜ਼ਾਂ ਲਈ ਇੱਕ ਰਾਜੇ ਦਾ ਆਪਣੀ ਅਸਲ ਧਾਰਮਿਕ ਪਛਾਣ ਵੱਲ ਮੁੜਨਾ ਇੱਕ ਬਹੁਤ ਵੱਡਾ ਸਿਆਸੀ ਖਤਰਾ ਸੀ। ਅੰਗਰੇਜ਼ਾਂ ਦੀ ਹਾਲਤ ਇੰਨੀ ਪਤਲੀ ਹੋ ਗਈ ਸੀ ਕਿ ਉਹ ਇਸ ਸੋਚ ਤੋਂ ਹੀ ਕੰਬ ਗਏ ਕਿ ਜੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਵਾਰਿਸ ਭਾਰਤ ਦੀ ਧਰਤੀ ਤੇ ਪੈਰ ਰੱਖੇਗਾ ਤਾਂ ਕੀ ਹੋਵੇਗਾ। ਉਹਨਾਂ ਨੂੰ ਪੂਰਾ ਯਕੀਨ ਸੀ ਕਿ ਪੰਜਾਬੀ ਫੌਜੀਆਂ ਅਤੇ ਸਿੱਖਾਂ ਵਿੱਚ ਇੱਕ ਬਹੁਤ ਵੱਡੀ ਰਾਸ਼ਟਰਵਾਦੀ ਬਗਾਵਤ ਫੜਕ ਸਕਦੀ ਹੈ। ਇਸੇ ਡਰ ਦੇ ਮਾਰੇ ਉਸ ਵੇਲੇ ਦੇ ਵਾਇਸਰਾਏ ਲਾਰਡ ਡਫਰਿਨ ਨੇ ਬਿਨਾਂ ਦੇਰੀ ਕੀਤਿਆਂ ਮਹਾਰਾਜੇ ਦੀ ਗ੍ਰਿਫਤਾਰੀ ਅਤੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਸਖਤ ਹੁਕਮ ਜਾਰੀ ਕਰ ਦਿੱਤਾ। ਹੁਣ ਆਪਾਂ ਸੋਚ ਸਕਦੇ ਹਾਂ ਕਿ ਸਥਿਤੀ ਕਿੰਨੀ ਗੁੰਝਲਦਾਰ ਹੋ ਗਈ। ਮਹਾਰਾਜਾ ਅਦਨ ਦੀ ਬੰਦਰਗਾਹ ਤੇ ਫਸ ਗਏ ਸਨ, ਜੋ ਅਜੋਕੇ ਯਮਨ ਵਿੱਚ ਹੈ। ਅੰਗਰੇਜ਼ਾਂ ਨੇ ਉਹਨਾਂ ਦੇ ਪੂਰਬ ਵੱਲ ਜਾਣ ਤੇ ਪੱਕੀ ਪਾਬੰਦੀ ਲਾ ਦਿੱਤੀ ਸੀ। ਹੁਣ ਸਵਾਲ ਇਹ ਸੀ ਕਿ ਬਿਨਾਂ ਕਿਸੇ ਸੰਗਤ ਦੇ ਯਮਨ ਦੀ ਉਸ ਕੜਕਦੀ ਗਰਮੀ ਵਿੱਚ ਇੱਕ ਕੈਦ ਕੀਤਾ ਗਿਆ ਰਾਜਾ ਆਪਣੇ ਧਰਮ ਵਿੱਚ ਵਾਪਸੀ ਕਿਵੇਂ ਕਰੇਗਾ? ਇਹ ਤਾਂ ਅਸੰਭਵ ਜਾਪਦਾ ਸੀ। ਪਰ ਮਹਾਰਾਜਾ ਦਲੀਪ ਸਿੰਘ ਨੇ ਵੀ ਹਾਰ ਨਹੀਂ ਮੰਨੀ।
ਬ੍ਰਿਟਿਸ਼ ਸਰਕਾਰ ਦੀਆਂ ਲੱਖਾਂ ਕੋਸ਼ਿਸ਼ਾਂ ਅਤੇ ਰੋਕਾਂ ਦੇ ਬਾਵਜੂਦ ਉਹਨਾਂ ਨੇ ਇੱਕ ਬਹੁਤ ਹੀ ਨਿਡਰ ਅਤੇ ਇਤਿਹਾਸਿਕ ਫੈਸਲਾ ਲਿਆ। ਉਹਨਾਂ ਨੇ ਤੈਅ ਕੀਤਾ ਕਿ ਭਾਵੇਂ ਮੰਜ਼ਿਲ ਤੇ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ, ਪਰ ਅਧਿਆਤਮਿਕ ਸਫ਼ਰ ਉਸੇ ਬੰਦਰਗਾਹ ਤੇ ਹੀ ਪੂਰਾ ਕੀਤਾ ਜਾਵੇਗਾ ਅਤੇ ਇਸ ਫੈਸਲੇ ਨੇ ਇਸ ਯਾਤਰਾ ਨੂੰ ਇੱਕ ਸ਼ਾਨਦਾਰ ਸਿਖਰ ਤੇ ਪਹੁੰਚਾ ਦਿੱਤਾ। ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਉਸ ਅਣਜਾਣ ਥਾਂ ਤੇ 5 ਪਿਆਰਿਆਂ ਦੀ ਅਹਿਮ ਲੋੜ ਨੂੰ ਕਿਵੇਂ ਪੂਰਾ ਕੀਤਾ ਗਿਆ। ਮਹਾਰਾਜੇ ਦੇ ਚਚੇਰੇ ਭਰਾ ਅਤੇ ਸਿੰਘ ਸਭਾ ਦੇ ਆਗੂ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਜੋ ਪਹਿਲਾਂ ਹੀ ਇਹਨਾਂ ਯਤਨਾਂ ਵਿੱਚ ਲੱਗੇ ਹੋਏ ਸਨ, ਉੱਥੇ ਮੌਜੂਦ ਸਨ। ਨਾਲ ਹੀ ਬ੍ਰਿਟਿਸ਼ ਫੌਜੀ ਚੌਕੀ ਤੇ ਤਾਇਨਾਤ ਜਾਂ ਉੱਥੋਂ ਲੰਘ ਰਹੇ ਕੁਝ ਸਿੱਖ ਫੌਜੀਆਂ ਨੇ ਸਾਥ ਦਿੱਤਾ। ਸੋ ਆਪਣੇ ਜੱਦੀ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਯਮਨ ਦੀ ਰੇਤ ਤੇ ਇੱਕ ਛੋਟੀ ਪਰ ਬਿਲਕੁਲ ਪ੍ਰਮਾਣਿਕ ਸੰਗਤ ਤਿਆਰ ਹੋ ਗਈ। ਫਿਰ ਆਇਆ ਉਹ ਇਤਿਹਾਸਿਕ ਦਿਨ 26 ਮਈ 1886। ਇਹ ਤਾਰੀਖ ਸਿਰਫ ਕੈਲੰਡਰ ਦਾ ਇੱਕ ਪੰਨਾ ਨਹੀਂ, ਬਲਕਿ ਇੱਕ ਵੱਡੀ ਨੈਤਿਕ ਜਿੱਤ ਸੀ। 47 ਸਾਲ ਦੀ ਉਮਰ ਵਿੱਚ ਮਹਾਰਾਜੇ ਨੇ ਆਖਿਰਕਾਰ ਆਪਣੀ ਥੋਪੀ ਹੋਈ ਈਸਾਈ ਪਛਾਣ ਨੂੰ ਪੱਕੇ ਤੌਰ ਤੇ ਉਤਾਰ ਸੁੱਟਿਆ। ਅਦਨ ਦੀ ਉਸ ਭਿਆਨਕ ਗਰਮੀ ਵਿੱਚ ਗੁਰੂ ਨੂੰ ਸਮਰਪਿਤ ਹੁੰਦਿਆਂ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਅਧਿਕਾਰਿਤ ਤੌਰ ਤੇ ਸਿੱਖ ਪੰਥ ਵਿੱਚ ਸ਼ਾਨਦਾਰ ਵਾਪਸੀ ਕੀਤੀ। ਜ਼ਰਾ ਸੋਚੋ, ਇਹ ਬ੍ਰਿਟਿਸ਼ ਸਾਮਰਾਜ ਦੇ ਮੂੰਹ ਤੇ ਕਿੰਨੀ ਵੱਡੀ ਚਪੇਟ ਸੀ। ਭਾਵੇਂ ਕਿ ਮਹਾਰਾਜੇ ਨੇ ਆਪਣੀ ਆਤਮਾ, ਆਪਣੀ ਜ਼ਮੀਰ ਨੂੰ ਸਫਲਤਾਪੂਰਵਕ ਵਾਪਸ ਜਿੱਤ ਲਿਆ ਸੀ, ਪਰ ਬਾਹਰੀ ਦੁਨੀਆ ਦੀ ਅਸਲੀਅਤ ਅਜੇ ਵੀ ਬਹੁਤ ਕਠੋਰ ਸੀ। ਜ਼ਿੰਦਗੀ ਦੇ ਬਾਕੀ ਬਚੇ ਸਾਲਾਂ ਲਈ ਭੂ-ਰਾਜਨੀਤਿਕ ਹਾਲਾਤ ਉਹਨਾਂ ਦੇ ਬਿਲਕੁਲ ਖਿਲਾਫ ਰਹੇ। ਆਪਣੀ ਅਸਲ ਪਹਿਚਾਣ ਦੀ ਪ੍ਰਾਪਤੀ ਦੇ ਬਾਵਜੂਦ ਬ੍ਰਿਟਿਸ਼ ਸਾਮਰਾਜ ਦੀ ਅਥਾਹ ਤਾਕਤ ਨੇ ਉਹਨਾਂ ਦੀ ਅਗਲੀ ਯਾਤਰਾ ਨੂੰ ਬੇਹੱਦ ਮੁਸ਼ਕਿਲ ਬਣਾ ਦਿੱਤਾ। ਅੰਗਰੇਜ਼ਾਂ ਨੇ ਇਹ ਪੂਰਾ ਜ਼ੋਰ ਲਾ ਦਿੱਤਾ ਕਿ ਮਹਾਰਾਜਾ ਕਦੇ ਵੀ ਜਿਉਂਦੇ ਜੀ ਪੰਜਾਬ ਨਾ ਮੁੜ ਸਕਣ, ਪਰ ਇਸ ਦੇ ਬਾਵਜੂਦ ਮਹਾਰਾਜੇ ਨੇ ਯੂਰਪ ਵਿੱਚ ਰਹਿੰਦਿਆਂ ਹਥਿਆਰਬੰਦ ਬਗਾਵਤ ਖੜੀ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ। ਉਹਨਾਂ ਨੇ ਫੌਜੀ ਸਹਾਇਤਾ ਲਈ ਰੂਸ ਦੇ ਜ਼ਾਰ ਨਾਲ ਵੀ ਸੰਪਰਕ ਕੀਤਾ, ਪਰ ਬਦਕਿਸਮਤੀ ਨਾਲ ਸਾਥ ਨਾ ਮਿਲਣ ਕਾਰਨ ਆਖਿਰਕਾਰ 1893 ਵਿੱਚ ਪੈਰਿਸ ਦੇ ਇੱਕ ਹੋਟਲ ਦੇ ਕਮਰੇ ਵਿੱਚ ਗਰੀਬੀ ਅਤੇ ਟੁੱਟੇ ਹੋਏ ਦਿਲ ਨਾਲ ਇਸ ਮਹਾਨ ਸ਼ਖਸੀਅਤ ਦਾ ਦੇਹਾਂਤ ਹੋ ਗਿਆ। ਅਤੇ ਜਾਂਦੇ-ਜਾਂਦੇ ਵੀ ਬ੍ਰਿਟਿਸ਼ ਸਰਕਾਰ ਨੇ ਸਾਮਰਾਜੀ ਕੰਟਰੋਲ ਦੀ ਇੱਕ ਆਖਰੀ ਅਤੇ ਬੇਰਹਿਮ ਮਿਸਾਲ ਕਾਇਮ ਕੀਤੀ। ਉਹ ਮਹਾਰਾਜੇ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੀ ਯਾਦ ਤੋਂ ਡਰਦੇ ਸਨ। ਇਸੇ ਲਈ ਉਹਨਾਂ ਦੀਆਂ ਅਸਥੀਆਂ ਨੂੰ ਪੰਜਾਬ ਵਾਪਸ ਲਿਆਉਣ ਦੀ ਆਖਰੀ ਇੱਛਾ ਨੂੰ ਬੇਰਹਿਮੀ ਨਾਲ ਠੁਕਰਾ ਦਿੱਤਾ ਗਿਆ। ਉਹਨਾਂ ਨੂੰ ਇੰਗਲੈਂਡ ਦੇ ਐਲਵੇਡਨ ਵਿੱਚ ਉਸੇ ਈਸਾਈ ਪਛਾਣ ਹੇਠ ਅਤੇ ਈਸਾਈ ਰੀਤੀ ਰਿਵਾਜਾਂ ਨਾਲ ਦਫਨਾਇਆ ਗਿਆ, ਜਿਸ ਤੋਂ ਖਹਿੜਾ ਛੁਡਾਉਣ ਲਈ ਉਹਨਾਂ ਨੇ ਉਮਰ ਭਰ ਸੰਘਰਸ਼ ਕੀਤਾ ਸੀ। ਸਰੀਰਕ ਤੌਰ ਤੇ ਭਾਵੇਂ ਸਾਮਰਾਜ ਪਾਰੂ ਰਿਹਾ ਹੋਵੇ, ਪਰ ਅਦਨ ਵਿੱਚ ਹੋਇਆ ਉਹ ਅੰਮ੍ਰਿਤ ਸੰਚਾਰ ਹਮੇਸ਼ਾ ਲਈ ਇੱਕ ਅਟੁੱਟ ਅਤੇ ਬੁਲੰਦ ਪ੍ਰਤੀਕ ਬਣ ਗਿਆ। ਇਹ ਪ੍ਰਤੀਕ ਹੈ ਇੱਕ ਰਾਜੇ ਦਾ, ਜਿਸਨੇ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਦੀ ਅੱਖ ਵਿੱਚ ਅੱਖ ਪਾ ਕੇ ਆਪਣੀ ਪਹਿਚਾਣ ਵਾਪਸ ਲਈ। ਇਤਿਹਾਸ ਦੇ ਇਸ ਹੈਰਾਨ ਕਰਨ ਵਾਲੇ ਸਫ਼ਰ ਨੂੰ ਸਮਝਣ ਤੋਂ ਬਾਅਦ ਆਪਾਂ ਸਭ ਦੇ ਮਨ ਵਿੱਚ ਇੱਕ ਡੂੰਘਾ ਸਵਾਲ ਜ਼ਰੂਰ ਉੱਠਦਾ ਹੈ ਕਿ ਕੋਈ ਵੀ ਤਾਕਤ, ਕੋਈ ਵੀ ਸਾਮਰਾਜ ਕਦੇ ਕਿਸੇ ਦੀ ਸੱਚੀ ਪਹਿਚਾਣ ਅਤੇ ਆਤਮਾ ਨੂੰ ਹਮੇਸ਼ਾ ਲਈ ਮਿਟਾ ਸਕਦਾ ਹੈ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ।